ਸਰ ਰਿਪੋਰਟ ਸਾਹਮਣੇ ਆਈ ਹੈ ਕਿ ਕਾਲਜ ਖਾਲੀ ਹੁੰਦੇ ਜਾ ਰਹੇ ਨੇ, ਬਾਹਰ ਜਾਣ ਦਾ ਜਿਹੜਾ ਕ੍ਰੇਜ਼ ਉਹ ਜ਼ਿਆਦਾ ਵੱਧ ਗਿਆ। ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ? ਬਿਲਕੁਲ ਠੀਕ ਰਿਪੋਰਟ ਆਈ ਹੈ ਔਰ ਹੌਲੀ ਹੌਲੀ ਕਾਲਜਸ ਦੀ ਔਰ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਸਟਰੈਂਥ ਜਿਹੜੀ ਹੈ ਉਹ ਘਟ ਰਹੀ ਹੈ। ਸਟੂਡੈਂਟਸ ਪ੍ਰੈਫਰ ਕਰਦੇ ਆ ਕਿ ਉਹ +2 ਤੋਂ ਬਾਅਦ ਜਿੰਨੀ ਛੇਤੀ ਹੋ ਸਕੇ ਬਾਹਰਲੇ ਦੇਸ਼ਾਂ ਦੇ ਵਿੱਚ ਮਾਈਗ੍ਰੇਟ ਕਰ ਜਾਣ। ਸਟੂਡੈਂਟਸ ਨਾਲ ਗੱਲ ਹੁੰਦੀ ਹੈ ਜਦੋਂ ਤਾਂ 4-5 ਵਜੂਹਾਤ ਇਸ ਦੀਆਂ ਸਪਸ਼ਟ ਨਜ਼ਰ ਆਉਂਦੀਆਂ। ਤਾਂ ਇਹ ਹੈ ਕਿ ਜਿਹੜੀ ਸਾਡੀ ਆਰਥਿਕ ਨੀਤੀਆਂ ਸਰਕਾਰ ਨੇ ਬਦਲੀਆਂ, ਨਿਓ ਲਿਬਰਲ ਜਿਹੜੀ ਇਕਨੋਮਿਕਸ ਇੱਥੇ ਲਾਗੂ ਕੀਤੀ ਗਈ ਨੀਤੀਆਂ, ਉਹਦੇ ਨਾਲ ਜੌਬਸ ਦੀ ਸਕੇਰਸਿਟੀ ਹੋ ਗਈ। ਸਰਕਾਰਾਂ ਸਿੱਖਿਆ ਦੇ ਖੇਤਰ 'ਚੋਂ ਪੈਸਾ ਕੱਢ ਰਹੀਆਂ, ਖਾਸ ਤੌਰ 'ਤੇ ਜਦੋਂ ਦੀ ਮੋਦੀ ਗਵਰਨਮੈਂਟ ਬੀਜੇਪੀ ਗਵਰਨਮੈਂਟ ਦਿੱਲੀ 'ਚ ਆਈ, ਉਹਨਾਂ ਨੇ ਹਾਇਰ ਐਜੂਕੇਸ਼ਨ ਦਾ ਬਜਟ ਜਿਹੜਾ ਹੈ ਉਹ ਬੜੇ ਕੈਲਕੂਲੇਟਡ ਵੇ ਨਾਲ ਘਟਾਉਣਾ ਸ਼ੁਰੂ ਕਰ ਦਿੱਤਾ। ਕੱਲ੍ਹ ਹੀ ਨਿਰਮਲਾ ਸੀਤਾਰਮਨ ਜਿਹੜੇ ਕਿ ਮੇਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸੀਨੀਅਰ ਵੀ ਸੀਗੇ, ਉਹਨਾਂ ਨੇ ਬਜਟ ਪੇਸ਼ ਕੀਤਾ ਔਰ ਮੈਂ ਦੇਖ ਕੇ ਹੈਰਾਨ ਹੋਇਆ ਕਿ ਸਿੱਖਿਆ ਦੇ ਬਜਟ ਦਾ ਕੋਈ ਜ਼ਿਕਰ ਤੱਕ ਨਹੀਂ। ਕਾਲਜਸ ਗ੍ਰਾਂਟਾਂ ਜਿਹੜੀਆਂ ਹੈ ਸਰਕਾਰ ਦਿੰਦੀ ਸੀ ਉਹ ਬੰਦ ਹੋ ਰਹੀਆਂ ਹੌਲੀ। ਸਰਕਾਰੀ ਕਾਲਜ ਜਿਹੜੇ ਹੈਗੇ ਉਹਨਾਂ 'ਚ ਸਟਾਫ ਨਹੀਂ ਹੈ। ਸੋ ਹਰ ਪਾਸਿਓਂ ਜਦੋਂ ਮੈਂ ਦੇਖਦਾ ਤਾਂ ਬੜੀ ਨਿਰਾਸ਼ਾਜਨਕ ਸਥਿਤੀ ਹੈ। ਪੰਜਾਬੀ 'ਚ ਉਹਦੇ ਲਈ ਢੁਕਵਾਂ ਸ਼ਬਦ ਇਹ ਹੈ ਕਿ ਬਿਲਕੁਲ ਆਵਾ ਊਤ ਚੁੱਕਾ ਹੈਗਾ ਇਸ ਵੇਲੇ। ਮੈਂ ਹੁਣ ਜਿੱਥੇ ਖੜਾ, ਸਾਡਾ ਇਹ ਕਾਲਜ ਸ਼ਹਿਰੀ ਕਾਲਜ ਹੈ। ਤੋਂ 30 ਸਾਲ ਪਹਿਲਾਂ ਜਦੋਂ ਮੈਂ ਇਸ ਇੰਸਟੀਟਿਊਸ਼ਨਸ ਦੇ ਵਿੱਚ ਜੁਆਇਨ ਕੀਤਾ ਸੀ ਐਜ਼ ਲੈਕਚਰਰ, ਇਸ ਦੀ ਸਟਰੈਂਥ ਜਿਹੜੀ ਹੈ ਉਹ 4,500 ਦੇ ਆਸ-ਪਾਸ ਹੋਇਆ ਕਰਦੀ ਸੀ। ਹੁਣ ਬਮੁਸ਼ਕਿਲ ਜਿਹੜੀ ਹੈ ਔਨ ਰੋਲਸ ਸਟਰੈਂਥ ਜਿਹੜੀ ਉਹ 2,000 ਤੋਂ ਵੀ ਘੱਟ ਹੋਏਗੀ। ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਆ ਰਹੇ ਹੈ ਜਿਹੜੇ ਐਨਰੋਲ ਕਰ ਲੈਂਦੇ ਆ, ਲੇਕਿਨ ਉਹ ਮਜਬੂਰਨ ਉਹਨਾਂ ਨੂੰ ਕੋਈ ਨਾ ਕੋਈ ਜੌਬ ਕਰਨੀ ਪੈਂਦੀ ਹੈ, ਨੌਕਰੀ ਕਰਨੀ ਪੈਂਦੀ, ਉਹਨਾਂ ਦੀ ਮਜਬੂਰੀਆਂ, ਇਸ ਕਰਕੇ ਉਹ ਰੈਗੂਲਰਲੀ ਆਉਂਦੇ ਵੀ ਨਹੀਂ ਹੈ। ਇੱਕ ਹੋਰ ਕੇਸਿਸ ਹੁੰਦਾ ਹੈ ਜਿਵੇਂ ਬੱਚੇ ਐਡਮਿਸ਼ਨ ਤਾਂ ਲੈ ਲੈਂਦੇ ਆ ਪਰ ਬਾਹਰ ਜਾਣ ਦਾ ਉਹਨਾਂ ਨੇ ਫਾਈਲ ਲਗਾਈ ਹੁੰਦੀ ਤੇ ਜਦੋਂ ਵੀਜ਼ਾ ਆ ਜਾਂਦਾ ਤੇ ਕਾਲਜ ਛੱਡ ਕੇ ਚਲੇ ਜਾਂਦੇ ਆ। ਹਾਂ, ਇਹ ਵੀ ਟ੍ਰੈਂਡ ਸੀਗਾ ਕਾਫੀ ਪਹਿਲਾਂ ਤੋਂ ਕਿ ਕੰਟੀਨਿਊਟੀ ਉਹਨਾਂ ਨੂੰ ਐਮਬੈਸੀ 'ਚ ਸ਼ੋਅ ਕਰਨਾ ਪੈਂਦਾ ਕਿ ਮੈਂ ਲਗਾਤਾਰ ਪੜ੍ਹ ਰਿਹਾ। ਫਿਰ ਉਹ ਬੱਚੇ ਕੀ ਕਰਦੇ ਸੀ, ਇੱਕ ਕੋਰਸ 'ਚ ਐਡਮਿਸ਼ਨ ਲੈ, ਦੂਸਰੇ ਕੋਰਸ 'ਚ ਐਡਮਿਸ਼ਨ ਲੈ, ਉਹ ਪੂਰਾ ਹੋ ਗਿਆ, ਤੀਸਰੇ 'ਚ ਲੈ, ਹਾਲਾਂਕਿ ਉਹਨਾਂ ਦੀ ਦਿਲਚਸਪੀ ਨਹੀਂ ਹੁੰਦੀ ਸੀ ਔਰ ਉਹ ਲੇਕਿਨ ਉਹਨਾਂ ਦਾ ਇਹ ਹੁੰਦਾ ਸੀ ਕਿ ਸਾਨੂੰ ਦਾਖਲਾ ਮਿਲ ਜਾਏ ਤਾਂ ਕਿ ਅਸੀਂ ਐਮਬੈਸੀ ਨੂੰ ਦਿਖਾ ਸਕੀਏ। ਇਹ ਵੀ ਜਿਹੜੀ ਹੈ ਸਿਚੁਏਸ਼ਨ ਹੁਣ, ਲੇਕਿਨ ਹੁਣ ਇਹ ਘਟਦੀ ਜਾ ਰਹੀ ਹੈ ਕਿਉਂਕਿ ਹੁਣ ਛੇਤੀ ਜਿਹੜਾ ਹੈ ਸਟੱਡੀ ਵੀਜ਼ੇ ਤੇ ਲੋਕ ਜਾਣ ਲੱਗ ਗਏ +2 ਤੋਂ ਬਾਅਦ। ਸਿੰਗਾਪੁਰ ਜਾ ਰਿਹਾ ਪ੍ਰਿੰਸੀਪਲਸ, ਇਹ ਫੈਸਲਾ ਜਿਹੜਾ ਸਰਕਾਰ ਵੱਲੋਂ ਲਿੱਤਾ ਗਿਆ, ਚਲੇ ਗਏ ਨੇ, ਉਹਦੇ ਬਾਰੇ ਫਿਰ ਕੀ ਸੋਚਦੇ ਹੋ? ਨਹੀਂ, ਠੀਕ ਹੈ। ਦੇਖੋ, ਟੀਚਰਸ ਨੂੰ ਐਕਸਪੋਜ਼ਰ ਮਿਲਣਾ ਚਾਹੀਦਾ। ਜੇ ਕਿਤੇ ਉਹਨਾਂ ਨੂੰ ਅੱਛਾ ਮਾਡਲ ਔਰ ਅੱਛੀ ਟੀਚਿੰਗ ਦਾ ਸਿਸਟਮ ਹੈ ਉਹ ਜ਼ਰੂਰ ਕਰਨਾ ਚਾਹੀਦਾ, ਲੇਕਿਨ ਉਹ ਇੱਕ ਪਹਿਲੂ ਹੈ ਉਸ ਚੀਜ਼ ਦਾ। ਉਸ ਸਟੈਪ ਦੀ ਮੈਂ ਬਜ਼ਾਤੇ ਅਧਿਆਪਕ ਮੈਂ ਉਸ ਦੀ ਸਰਾਹਨਾ ਕਰੂੰਗਾ, ਲੇਕਿਨ ਉਹ ਸਭ ਕੁਝ ਨਹੀਂ ਹੈ। ਤੁਸੀਂ ਜਦੋਂ ਤੱਕ ਇੱਥੇ ਮਾਹੌਲ ਨਹੀਂ ਸੁਧਾਰੋਗੇ, ਜਦੋਂ ਤੱਕ ਬੱਚਿਆਂ ਨੂੰ ਇਸ ਚੀਜ਼ ਦਾ ਗਰੰਟੀ ਨਹੀਂ ਕਰਾਂਗੇ ਕਿ ਉਹ ਇੱਥੇ ਜੋ ਕੁਝ ਉਹਨਾਂ ਨੂੰ ਪੜ੍ਹਾਇਆ ਜਾਊਗਾ ਉਹਦੇ ਨਾਲ ਉਹਨਾਂ ਦਾ ਕੋਈ ਫਿਊਚਰ ਹੈ, ਔਰ ਜਦੋਂ ਤੱਕ ਬੱਚਿਆਂ ਨੂੰ ਨਹੀਂ ਲੱਗੂਗਾ ਕਿ ਹਾਂ ਇਹ ਦੇਸ਼ ਰਹਿਣ ਦੇ ਕਾਬਿਲ ਹੈਗਾ, ਹਜ਼ਾਰ ਕਿਸਮ ਦੀ ਪ੍ਰੋਬਲਮ ਹੈ, ਤਾਂ ਉਹ ਬੱਚਾ ਸੋਚਦਾ ਕਿ ਮੈਂ ਇੱਥੇ ਕਿਉਂ ਰਹਾਂ। ਲੁਧਿਆਣਾ ਟਾਈਮਸ ਦੇਖਦੇ ਹੋ ਤੁਸੀਂ ਤੇ ਮੈਂ ਹਾਂ ਹਰਸ਼ ਕੌਰ। ਬਾਹਰ ਜਾਣ ਦੇ ਚੱਕਰ 'ਚ ਪੰਜਾਬ ਦੇ ਕਾਲਜ ਖਾਲੀ ਹੋ ਰਹੇ ਨੇ ਤੇ ਉੱਥੇ ਬਹੁਤ ਜ਼ਿਆਦਾ ਗੱਲ ਕੀਤੀ ਜਾਵੇ ਤਾਂ ਬਹੁਤ ਕ੍ਰਿਟੀਕਲ ਜਿਹੜੀ ਚੀਜ਼ ਹੈ, ਇਸ ਚੀਜ਼ ਤੇ ਧਿਆਨ ਵੀ ਜ਼ਰੂਰ ਦੇਣਾ ਚਾਹੀਦਾ, ਇਸ ਚੀਜ਼ ਨੂੰ ਜੇ ਨਜ਼ਰ ਅੰਦਾਜ਼ ਵੀ ਨਹੀਂ ਕਰਨਾ ਚਾਹੀਦਾ। ਤਾਂ ਉੱਥੇ ਹੀ ਸਾਡੇ ਨਾਲ ਮੌਜੂਦ ਨੇ ਕਾਲਜ ਦੇ ਪ੍ਰੋਫੈਸਰ PS ਪੋਗਲ ਮੌਜੂਦ ਨੇ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਇਹ ਚੀਜ਼ਾਂ ਕਿੰਨੀ ਦੇਖਣ ਨੂੰ ਮਿਲੀਆਂ ਕਿ ਕਾਲਜ ਸੱਚੀ ਖਾਲੀ ਹੋ ਰਹੇ ਨੇ। ਰਿਪੋਰਟ ਸਾਹਮਣੇ ਆਈ ਹੈ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਰਿਪੋਰਟ ਸਾਹਮਣੇ ਆਈ ਹੈ ਕਿ ਕਾਲਜ ਖਾਲੀ ਹੁੰਦੇ ਜਾ ਰਹੇ ਨੇ, ਬਾਹਰ ਜਾਣ ਦਾ ਜਿਹੜਾ ਕ੍ਰੇਜ਼ ਉਹ ਜ਼ਿਆਦਾ ਵੱਧ ਗਿਆ। ਤੁਹਾਨੂੰ ਕਿਸ ਤਰ੍ਹਾਂ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ? ਬਿਲਕੁਲ ਠੀਕ ਰਿਪੋਰਟ ਆਈ ਹੈ। ਰਾਦਰ ਕਾਫੀ ਦੇਰ ਤੋਂ ਇਹ ਟ੍ਰੈਂਡ ਪਿਛਲੇ ਕਈ ਸਾਲਾਂ ਤੋਂ ਮੈਂ ਦੇਖ ਰਿਹਾ, ਤਕਰੀਬਨ ਇੱਕ ਦਹਾਕੇ ਤੋਂ ਇਹ ਸ਼ੁਰੂ ਹੋਇਆ ਔਰ ਹੌਲੀ ਹੌਲੀ ਕਾਲਜਸ ਦੀ ਔਰ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ ਦੀ ਸਟਰੈਂਥ ਜਿਹੜੀ ਹੈ ਉਹ ਘਟ ਰਹੀ ਹੈ। ਸਟੂਡੈਂਟਸ ਪ੍ਰੈਫਰ ਕਰਦੇ ਆ ਕਿ ਉਹ +2 ਤੋਂ ਬਾਅਦ ਜਿੰਨੀ ਛੇਤੀ ਹੋ ਸਕੇ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਮਾਈਗ੍ਰੇਟ ਕਰ ਜਾਣ। ਸਟੂਡੈਂਟਸ ਨਾਲ ਗੱਲ ਹੁੰਦੀ ਹੈ ਜਦੋਂ ਤਾਂ 4-5 ਵਜੂਹਾਤ ਇਸ ਦੀਆਂ ਸਪਸ਼ਟ ਨਜ਼ਰ ਆਉਂਦੀਆਂ। ਇੱਕ ਤਾਂ ਇਹ ਹੈ ਕਿ ਜਿਹੜੀ ਸਾਡੀ ਆਰਥਿਕ ਨੀਤੀਆਂ ਸਰਕਾਰ ਨੇ ਬਦਲੀਆਂ, ਨਿਓ ਲਿਬਰਲ ਜਿਹੜੀ ਇਕਨੋਮਿਕਸ ਇੱਥੇ ਲਾਗੂ ਕੀਤੀ ਗਈ ਨੀਤੀਆਂ, ਉਹਦੇ ਨਾਲ ਜੌਬਸ ਦੀ ਸਕੇਰਸਿਟੀ ਹੋ ਗਈ। ਸਰਕਾਰਾਂ ਸਿੱਖਿਆ ਦੇ ਖੇਤਰ 'ਚੋਂ ਪੈਸਾ ਕੱਢ ਰਹੀਆਂ, ਖਾਸ ਤੌਰ 'ਤੇ ਜਦੋਂ ਦੀ
ਮੋਦੀ ਗਵਰਨਮੈਂਟ ਬੀਜੇਪੀ ਗਵਰਨਮੈਂਟ ਦਿੱਲੀ 'ਚ ਆਈ, ਉਹਨਾਂ ਨੇ ਹਾਇਰ ਐਜੂਕੇਸ਼ਨ ਦਾ ਬਜਟ ਜਿਹੜਾ ਹੈ ਉਹ ਬੜੇ ਕੈਲਕੂਲੇਟਡ ਵੇ ਨਾਲ ਘਟਾਉਣਾ ਸ਼ੁਰੂ ਕਰ ਦਿੱਤਾ। ਕੱਲ੍ਹ ਹੀ ਨਿਰਮਲਾ ਸੀਤਾਰਮਨ ਜਿਹੜੇ ਕਿ ਮੇਰੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਸੀਨੀਅਰ ਵੀ ਸੀਗੇ, ਉਹਨਾਂ ਨੇ ਬਜਟ ਪੇਸ਼ ਕੀਤਾ ਜੀ। ਔਰ ਮੈਂ ਦੇਖ ਕੇ ਹੈਰਾਨ ਹੋਇਆ ਕਿ ਸਿੱਖਿਆ ਦੇ ਬਜਟ ਦਾ ਕੋਈ ਜ਼ਿਕਰ ਤੱਕ ਨਹੀਂ। ਯਾਨੀ ਜ਼ਿਕਰ ਉਦੋਂ ਹੋਏਗਾ ਜਦੋਂ ਕੋਈ ਉਹਦੀ ਐਲੋਕੇਸ਼ਨ ਵਧਾਈ ਜਾਏਗੀ, ਲੇਕਿਨ ਕੋਈ ਉਹਦੀ ਖਾਸ ਐਲੋਕੇਸ਼ਨ ਜਿਹੜੀ ਹੈ ਉਹ ਵਧਾਈ ਨਹੀਂ ਗਈ। ਕਾਲਜਸ ਗ੍ਰਾਂਟਾਂ ਜਿਹੜੀਆਂ ਹੈ ਸਰਕਾਰ ਦਿੰਦੀ ਸੀ ਉਹ ਬੰਦ ਹੋ ਰਹੀਆਂ ਹੌਲੀ ਹੌਲੀ। ਜੀ ਜੀ। ਕਾਲਜਸ ਦੇ ਵਿੱਚ ਸਰਕਾਰੀ ਕਾਲਜ ਜਿਹੜੇ ਹੈਗੇ ਉਹਨਾਂ 'ਚ ਸਟਾਫ ਨਹੀਂ ਹੈ। ਪੰਜਾਬ 'ਚ ਨਵੀਂ ਸਰਕਾਰ ਬਣੀ ਭਗਵੰਤ ਮਾਨ ਹੋਣਾ ਦੀ, ਇਹ ਕਿਹਾ ਗਿਆ ਕਿ ਅਸੀਂ ਨਵੇਂ ਕਾਲਜ ਖੋਲਾਂਗੇ। ਕਾਲਜ ਤਾਂ ਖੋਲ੍ਹ ਦਿਓ, ਕਾਲਜ ਬਿਲਡਿੰਗਸ ਨਾਲ ਨਹੀਂ ਬਣਦੇ। ਜੀ। ਕਾਲਜ ਦੇ ਵਿੱਚ ਜਦੋਂ ਟੀਚਿੰਗ ਸਟਾਫ ਹੋਏਗਾ ਤਾਂ ਸਟੂਡੈਂਟਸ ਆਉਣਗੇ, ਔਰ ਸਟੂਡੈਂਟ ਵੀ ਉਦੋਂ ਆਉਣਗੇ ਜਦੋਂ ਉਹਨਾਂ ਨੂੰ ਪਤਾ ਲੱਗੂਗਾ ਕਿ ਇਸ ਐਜੂਕੇਸ਼ਨ ਦਾ ਉਹਨਾਂ ਨੂੰ ਦਾ ਬਾਅਦ ਦੇ ਵਿੱਚ ਕੋਈ ਇੰਪਲੋਏਬਿਲਿਟੀ ਜਿਹੜੀ ਹੈ ਉਹ ਬਣੇਗੀ। ਜੀ ਜੀ। ਸੋ ਹਰ ਪਾਸਿਓਂ ਜਦੋਂ ਮੈਂ ਦੇਖਦਾ ਤਾਂ ਬੜੀ ਨਿਰਾਸ਼ਾਜਨਕ ਸਥਿਤੀ ਹੈ। ਪੰਜਾਬੀ 'ਚ ਉਹਦੇ ਲਈ ਢੁਕਵਾਂ ਸ਼ਬਦ ਇਹ ਹੈ ਕਿ ਬਿਲਕੁਲ ਆਵਾ ਊਤ ਚੁੱਕਾ ਹੈਗਾ ਇਸ ਵੇਲੇ, ਔਰ ਬੜੀ ਅਸੀਂ ਟੀਚਰ ਜਿਹੜੇ ਹੈ ਉਹ ਲਗਾਤਾਰ ਸੰਘਰਸ਼ ਦੇ ਰਾਹ 'ਤੇ ਤੁਰ ਰਹੇ ਹੈ। ਕੱਲ੍ਹ ਵੀ ਧਰਨਾ ਜਿਹੜਾ ਹੈ ਉਹ ਟੀਚਰਸ ਲਗਾਉਣਗੇ, ਪਹਿਲਾਂ ਵੀ ਲਗਾ ਰਹੇ ਨੇ। 7th ਪੇ ਕਮਿਸ਼ਨ ਜਿਹੜਾ 2016 ਤੋਂ ਮਿਲਣਾ ਸੀ ਉਹ ਅੱਜ ਤੱਕ ਵੀ ਜਿਹੜਾ ਹੈ ਲੱਗਿਆ ਨਹੀਂ। ਤਾਂ ਟੀਚਰਸ ਦੀ ਘਾਟ ਹੈ ਹਾਇਰ ਐਜੂਕੇਸ਼ਨ 'ਚ। ਚੰਗੇ ਜਿਹੜੇ ਟੈਲੈਂਟਡ ਲੋਕ ਨੇ ਉਹ ਟੀਚਿੰਗ ਪ੍ਰੋਫੈਸ਼ਨ 'ਚ ਆ ਨਹੀਂ ਰਹੇ ਇਸ ਕਰਕੇ, ਕਿਉਂਕਿ ਜਦੋਂ ਤੁਹਾਡੇ ਕੋਲ ਚੰਗਾ ਟੀਚਰ ਆਏਗਾ ਤਾਂ ਸਟੂਡੈਂਟਸ ਵੀ ਆਉਣਗੇ। ਉਹ ਚੰਗਾ ਟੀਚਰ ਸਟੂਡੈਂਟਸ ਨੂੰ ਇਕੁਇਪ ਕਰੇਗਾ ਮੋਰਲੀ ਔਰ ਪ੍ਰੋਫੈਸ਼ਨਲੀ ਔਰ ਇੰਟੈਲੈਕਚੁਅਲੀ, ਤਾਂ ਉਹ ਸਟੂਡੈਂਟਸ ਜਿਹੜੇ ਹੈ ਉਹ ਕੁਛ ਨਾ ਕੁਛ ਜ਼ਿੰਦਗੀ ਦੇ ਵਿੱਚ ਕਰਨ ਲਈ ਮੋਟੀਵੇਟ ਹੋਣਗੇ। ਤੇ ਸਰ ਜਿਵੇਂ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਇਸ ਲਾਈਨ ਦੇ ਵਿੱਚ, ਤੁਸੀਂ ਵੀ ਦੇਖ ਰਹੇ ਹੋ ਕਿ ਸਟੂਡੈਂਟਸ ਜਿੰਨੇ ਪਹਿਲਾਂ ਸੀ ਉਹ ਘਟਦੇ ਜਾ ਰਹੇ ਨੇ। ਹਾਂਜੀ, ਕਾਫੀ ਤਾਦਾਦ ਜਿਹੜੀ ਹੈ ਘਟੀ ਹੈ। ਮੈਂ ਹੁਣ ਜਿੱਥੇ ਖੜਾ ਸਾਡਾ ਇਹ ਕਾਲਜ ਸ਼ਹਿਰੀ ਕਾਲਜ ਹੈ। ਅੱਜ ਤੋਂ 30 ਸਾਲ ਪਹਿਲਾਂ ਜਦੋਂ ਮੈਂ ਇਸ ਇੰਸਟੀਟਿਊਸ਼ਨਸ ਦੇ ਵਿੱਚ ਜੁਆਇਨ ਕੀਤਾ ਸੀ ਐਜ਼ ਲੈਕਚਰਰ, ਇਸ ਦੀ ਸਟਰੈਂਥ ਜਿਹੜੀ ਹੈ ਉਹ 4,500 ਦੇ ਆਸ-ਪਾਸ ਹੋਇਆ ਕਰਦੀ ਸੀ। ਹੁਣ ਬਮੁਸ਼ਕਿਲ ਜਿਹੜੀ ਹੈ ਔਨ ਰੋਲਸ ਸਟਰੈਂਥ ਜਿਹੜੀ ਉਹ 2,000 ਤੋਂ ਵੀ ਘੱਟ ਹੋਏਗੀ, ਔਰ ਉਹਦੇ ਵਿੱਚ ਵੀ ਸਾਡੇ ਕੋਲ ਬਹੁਤ ਸਾਰੇ ਸਟੂਡੈਂਟ ਇਸ ਤਰ੍ਹਾਂ ਦੇ ਆ ਰਹੇ ਹੈ ਜਿਹੜੇ ਐਨਰੋਲ ਕਰ ਲੈਂਦੇ ਆ, ਲੇਕਿਨ ਉਹ ਮਜਬੂਰਨ ਉਹਨਾਂ ਨੂੰ ਕੋਈ ਨਾ ਕੋਈ ਜੌਬ ਕਰਨੀ ਪੈਂਦੀ ਹੈ, ਨੌਕਰੀ ਕਰਨੀ ਪੈਂਦੀ, ਉਹਨਾਂ ਦੀ ਮਜਬੂਰੀਆਂ, ਇਸ ਕਰਕੇ ਉਹ ਰੈਗੂਲਰਲੀ ਆਉਂਦੇ ਵੀ ਨਹੀਂ ਹੈ। ਤੋ ਕਾਫੀ ਜਿਹੜਾ ਹੈ ਨਿਰਾਸ਼ਾਜਨਕ ਸਿਨੈਰੀਓ ਜਿਹੜਾ ਹੈਗਾ ਉਹ ਹੋਇਆ। ਇੱਕ ਹੋਰ ਕੇਸਿਸ ਹੁੰਦਾ ਹੈ ਜਿਵੇਂ ਬੱਚੇ ਐਡਮਿਸ਼ਨ ਤਾਂ ਲੈ ਲੈਂਦੇ ਆ ਪਰ ਬਾਹਰ ਜਾਣ ਦਾ ਉਹਨਾਂ ਨੇ ਫਾਈਲ ਲਗਾਈ ਹੁੰਦੀ ਤੇ ਜਦੋਂ ਵੀਜ਼ਾ ਆ ਜਾਂਦਾ ਤੇ ਕਾਲਜ ਛੱਡ ਕੇ ਚਲੇ ਜਾਂਦੇ ਆ। ਹਾਂ, ਇਹ ਵੀ ਟ੍ਰੈਂਡ ਸੀਗਾ ਕਾਫੀ ਪਹਿਲਾਂ ਤੋਂ ਕਿ ਕੰਟੀਨਿਊਟੀ ਉਹਨਾਂ ਨੂੰ ਐਮਬੈਸੀ 'ਚ ਸ਼ੋਅ ਕਰਨਾ ਪੈਂਦਾ ਕਿ ਮੈਂ ਲਗਾਤਾਰ ਪੜ੍ਹ ਰਿਹਾ। ਫਿਰ ਉਹ ਬੱਚੇ ਕੀ ਕਰਦੇ ਸੀ, ਇੱਕ ਕੋਰਸ 'ਚ ਐਡਮਿਸ਼ਨ ਲੈ, ਦੂਸਰੇ ਕੋਰਸ 'ਚ ਐਡਮਿਸ਼ਨ ਲੈ, ਉਹ ਪੂਰਾ ਹੋ ਗਿਆ, ਤੀਸਰੇ 'ਚ ਲੈ, ਹਾਲਾਂਕਿ ਉਹਨਾਂ ਦੀ ਦਿਲਚਸਪੀ ਨਹੀਂ ਹੁੰਦੀ ਸੀ, ਔਰ ਉਹ ਲੇਕਿਨ ਉਹਨਾਂ ਦਾ ਇਹ ਹੁੰਦਾ ਸੀ ਕਿ ਸਾਨੂੰ ਦਾਖਲਾ ਮਿਲ ਜਾਏ ਤਾਂ ਕਿ ਅਸੀਂ ਐਮਬੈਸੀ ਨੂੰ ਦਿਖਾ ਸਕੀਏ। ਇਹ ਵੀ ਜਿਹੜੀ ਹੈ ਸਿਚੁਏਸ਼ਨ ਹੁਣ, ਲੇਕਿਨ ਹੁਣ ਇਹ ਘਟਦੀ ਜਾ ਰਹੀ ਹੈ ਕਿਉਂਕਿ ਹੁਣ ਛੇਤੀ ਜਿਹੜਾ ਹੈ ਸਟੱਡੀ ਵੀਜ਼ੇ 'ਤੇ ਲੋਕ ਜਾਣ ਲੱਗ ਗਏ +2 ਤੋਂ ਬਾਅਦ ਹੀ। ਲੇਕਿਨ ਅੱਜ ਤੋਂ 7-8 ਸਾਲ ਪਹਿਲਾਂ ਇਹ ਸਿਚੁਏਸ਼ਨ ਵੀ ਸੀ ਕਿ ਸਾਡੇ ਕੋਲ ਬਹੁਤ ਸਟੂਡੈਂਟ ਜਿਹੜੇ ਆ, ਖਾਸ ਤੌਰ 'ਤੇ ਸਾਡੇ ਕੋਲ ਪੋਸਟ ਗ੍ਰੈਜੂਏਟ ਕੋਰਸਿਸ ਇੱਦਾਂ ਦੇ ਸਟੂਡੈਂਟ ਆਉਂਦੇ ਸੀ ਜਿਹੜੇ ਕਹਿੰਦੇ ਸੀ ਸਾਨੂੰ ਦਾਖਲਾ ਦੇ ਦਿਓ ਜੀ, ਅਸੀਂ ਤਾਂ ਬਾਹਰ ਹੀ ਜਾਣਾ। ਸੋ ਇਹ ਸੀ ਪ੍ਰੋਬਲਮ। ਹੁਣ ਲੇਕਿਨ ਇਹ ਕੁਝ ਘਟੀ ਹੋਈ ਹੈ ਕਿਉਂਕਿ ਹੁਣ ਤਾਂ ਇਹਦੀ ਲੋੜ ਨਹੀਂ ਹੈ ਸ਼ਾਇਦ। ਤੇ ਜਿਵੇਂ +2 ਤੋਂ ਬਾਅਦ ਬੱਚੇ ਕਾਲਜ ਐਡਮਿਸ਼ਨ ਲੈਂਦੇ ਆ ਤਾਂ ਫਸਟ ਸਮੈਸਟਰ ਦੇ ਪੇਪਰ ਦੇ ਵਿੱਚੋਂ ਹੀ ਅਜਿਹਾ ਤੁਹਾਡੇ ਨਾਲ ਹੋਇਆ ਕਿ ਸਟੂਡੈਂਟ ਵਿੱਚੋਂ ਚਲੇ ਗਏ ਹੁਣ ਫਸਟ ਸਮੈਸਟਰ ਦੇ ਵਿੱਚੋਂ ਹੀ ਕਿ ਫਾਈਲ ਲੱਗ ਗਈ ਚਲੇ ਗਏ ਬਾਹਰ? ਬਹੁਤ ਘੱਟ ਸਟੂਡੈਂਟਸ ਐਡਮਿਸ਼ਨ ਲੈ ਰਹੇ ਹੈ ਆਰਟਸ ਦੇ ਕੋਰਸਿਸ ਦੇ ਵਿੱਚ, ਲੇਕਿਨ ਇਸ ਤਰ੍ਹਾਂ ਹੁੰਦਾ ਕਿ ਜਦੋਂ ਦੂਸਰਾ ਸਮੈਸਟਰ ਤੱਕ ਆਉਂਦਾ ਜਾਂ ਤੀਸਰਾ ਸਮੈਸਟਰ ਆਉਂਦਾ ਤਾਂ ਪਤਾ ਲੱਗਦਾ ਕਿ ਉਹ ਬੱਚਾ ਛੱਡ ਕੇ ਚਲਾ ਗਿਆ ਔਰ ਬੱਚੇ ਬਾਹਰ ਚਲੇ ਗਏ। ਇਸ ਤਰ੍ਹਾਂ ਦੇ ਕੇਸਿਸ ਜਿਹੜੇ ਹੈ ਉਹ ਹੈਗੇ ਹੈ, ਕਾਫੀ ਹੈਗੇ ਹੈ, ਹਾਲੇ ਵੀ ਹੈ। ਸੋ ਕਿਉਂਕਿ ਉਹਦੀ ਵਜ੍ਹਾ ਇਹ ਹੈ ਕਿ ਸਾਡੇ ਇੱਥੇ ਜਿਹੜਾ ਹੈਗਾ ਇੱਕ ਚੰਗਾ ਭਵਿੱਖ ਜਿਹੜਾ ਹੈਗਾ ਉਹ ਸਿਕਿਉਰ ਨਹੀਂ ਹੈ, ਅੱਛੀਆਂ ਜੌਬਸ ਨਹੀਂ ਹੈ। ਜੇ ਹੈ ਤਾਂ ਉਹ ਨੌਕਰੀਆਂ ਦਾ ਜਿਹੜਾ ਜਾਂ ਜੌਬਸ ਦਾ ਮਾਹੌਲ ਜਾਂ ਕੰਮ ਕਰਨ ਦਾ ਮਾਹੌਲ, ਜੇ ਤੁਸੀਂ ਆਪਣਾ ਵੀ ਬਿਜ਼ਨਸ ਕਰਨਾ ਜਾਂ ਕੋਈ ਜਿਹੜਾ ਹੈ ਤੁਸੀਂ ਕੋਈ ਇਨੀਸ਼ੀਏਟਿਵ ਲੈਣਾ, ਤਾਂ ਜਿਹੜਾ ਸਾਡੇ ਇੱਥੇ ਓਵਰਆਲ ਮਾਹੌਲ ਹੈ ਬਿਊਰੋਕ੍ਰੇਸੀ ਦਾ, ਲਾਲ ਫੀਤਾਸ਼ਾਹੀ ਦਾ, ਕੰਮ ਕਰਨਾ ਇੱਥੇ ਆਸਾਨ ਨਹੀਂ ਹੈ। ਇਨਫਰਾਸਟ੍ਰਕਚਰ ਸਾਡਾ ਜਿਹੜਾ ਹੈਗਾ, ਮਤਲਬ ਅਸੀਂ ਲੁਧਿਆਣੇ ਸ਼ਹਿਰ 'ਚ ਰਹਿੰਦੇ ਹਾਂ, ਲੁਧਿਆਣਾ ਸ਼ਹਿਰ ਪੰਜਾਬ ਦਾ ਨੰਬਰ 1 ਸਿਟੀ ਹੈ, ਉਸ ਦਾ ਇਨਫਰਾਸਟ੍ਰਕਚਰ ਦੇਖ ਲਓ। ਸਮਾਰਟ ਸਿਟੀ ਦਾ ਪੈਸਾ ਮੈਨੂੰ ਨਹੀਂ ਸਮਝ ਆਉਂਦੀ ਕਿੱਥੇ ਗਿਆ, ਕਿੱਥੇ ਲੱਗ ਗਿਆ। ਅੱਜ ਵੀ ਸੜਕਾਂ 'ਚ ਖੱਡੇ ਹੈ, ਟ੍ਰੈਫਿਕ ਦਾ ਇੰਨਾ ਰਸ਼ ਹੈ ਕਿ ਤੁਸੀਂ ਕਿਤੇ ਜਾਣਾ ਤੁਹਾਨੂੰ 10 ਵਾਰੀ ਸੋਚਣਾ ਪੈਂਦਾ ਕਿ ਮੈਂ ਉਸੇ ਪਾਸੇ ਨਿਕਲਾਂ ਜਾਂ ਨਾ ਨਿਕਲਾਂ। ਕੁਆਲਿਟੀ ਆਫ ਲਾਈਫ ਜਿਹੜੀ ਹੈ, ਜੀਵਨ ਦਾ ਸਤਰ ਇੰਨਾ ਮਾੜਾ ਹੈ ਡਿਸਪਾਈਟ ਆਲ ਦਿਸ, ਤਾਂ ਕੋਈ ਵੀ ਯੰਗਸਟਰ ਜਿਹੜਾ ਉਹ ਸੋਚੇਗਾ ਕਿ ਮੈਂ ਇੱਥੇ
ਕੀ ਕਰਾਂ, ਕਾਹਦੇ ਲਈ ਰਵਾਂ ਮੈਂ ਇੱਥੇ, ਜੇ ਮੈਂ ਪੜ੍ਹਨਾ ਲਿਖਣਾ ਹੀ ਹੈ ਮੈਂ ਕਰਨਾ। ਔਰ ਖ਼ਾਸ ਤੌਰ 'ਤੇ ਜਦੋਂ ਬਾਹਰੋਂ ਉਹਨਾਂ ਦੇ ਪੀਅਰਸ ਜਿਹੜੇ ਰਿਸ਼ਤੇਦਾਰ ਜਾਂ ਦੋਸਤ ਆ ਕੇ ਦੱਸਦੇ ਹੈ ਕਿ ਅਸੀਂ ਤਾਂ ਉੱਥੇ ਮਤਲਬ ਕੰਮ ਕਰਦੇ ਹਾਂ ਅਤੇ ਨਾਲ ਪੜ੍ਹ ਵੀ ਰਹੇ ਹਾਂ, ਨਾਲ ਅਸੀਂ ਆਪਣੇ ਕੋਲ ਅਸੀਂ ਗੱਡੀ ਵੀ ਲੈ ਲਈ, ਉਹ ਕਰ ਲਿਆ, ਅਤੇ ਫਿਰ ਉਹ ਹਰ ਬੱਚਾ ਸੋਚਦਾ ਕਿ ਮੈਂ ਇੱਥੇ ਕਾਹਦੇ ਲਈ ਰਵਾਂ, ਇੰਨੀ ਮਿਹਨਤ ਕਰੂੰਗਾ ਮੈਂ ਕਿਤੇ ਦੂਸਰੇ ਦੇਸ਼ ਜਾ ਕੇ ਤਾਂ ਮੈਨੂੰ ਜ਼ਿੰਦਗੀ ਦੀਆਂ ਜਿਹੜੀਆਂ ਸਹੂਲਤਾਂ ਉਹ ਪੂਰ ਮਿਲ ਜਾਣ। ਗਲਤ ਕਿਹਨੂੰ ਮੰਨਦੇ ਹੋ ਜ਼ਿਆਦਾ, ਕਿ ਬੱਚੇ ਹੀ ਗਲਤ ਨੇ ਜਿਹੜਾ ਬਾਹਰ ਜਾਣ ਦਾ ਉਹਨਾਂ 'ਚ ਕਰੇਜ਼ ਆਇਆ? ਬੱਚੇ ਬਿਲਕੁਲ ਗਲਤ ਨਹੀਂ ਹੈ, ਇਹ ਜ਼ਿੰਮੇਵਾਰੀ ਹੁੰਦੀ ਹੈ ਸਮਾਜ ਦੀ, ਔਰ ਸਮਾਜ ਨਾਲੋਂ ਵੀ ਵੱਧ ਸਮੇਂ ਦੀਆਂ ਸਰਕਾਰਾਂ ਦੀ। ਸਾਡੇ ਦੇਸ਼ ਦੀ ਪੋਪੂਲੇਸ਼ਨ ਜਿਹੜੀ ਹੈ, ਆਬਾਦੀ ਵੱਧ ਰਹੀ ਹੈ, ਅਸੀਂ ਮਤਲਬ ਚੀਨ ਨੂੰ ਦਾ ਰਿਕਾਰਡ ਤੋੜ ਰਹੇ ਹਾਂ, ਲੇਕਿਨ ਸਾਡੇ ਗਵਰਨਮੈਂਟ ਦੀ ਕਦੇ ਵੀ ਇਹ ਧਿਆਨ ਨਹੀਂ ਰਿਹਾ ਕਿ ਅਸੀਂ ਜਿਹੜਾ ਹੈ ਆਪਣੀ ਜਿਹੜੀ ਹੈ ਹਿਊਮਨ ਡਿਵੈਲਪਮੈਂਟ ਦਾ ਜਿਹੜਾ ਸਤਰ ਹੈ ਉਹਨੂੰ ਸੁਧਾਰੀਏ, ਇੱਥੇ ਅਸੀਂ ਗਵਰਨੈਂਸ ਠੀਕ ਕਰੀਏ, ਇੱਥੇ ਅਸੀਂ ਲੋਕਾਂ ਨੂੰ ਉਸ ਤਰ੍ਹਾਂ ਦਾ ਮਾਹੌਲ, ਉਸ ਤਰ੍ਹਾਂ ਦੀਆਂ ਸਥਿਤੀਆਂ ਦਈਏ ਤਾਂ ਕਿ ਲੋਕ ਇੱਥੇ ਕਰ ਸਕਣ। ਚੀਨ ਦੀ ਆਬਾਦੀ ਕੋਈ ਘੱਟ ਨਹੀਂ ਹੈ, ਲੇਕਿਨ ਚਾਈਨਾ ਦੇ ਵਿੱਚ ਠੀਕ ਹੈ ਉੱਥੇ ਡੈਮੋਕ੍ਰੇਸੀ ਨਹੀਂ ਹੈ, ਅਥੋਰੀਟੇਰੀਅਨ ਗਵਰਨਮੈਂਟ ਹੈ, ਲੇਕਿਨ ਉੱਥੇ ਸਰਵਾਈਵਲ ਔਖੀ ਨਹੀਂ ਹੈ, ਲੋਕ ਕੰਮ ਕਰਦੇ ਹੈ ਔਰ ਆਪਣਾ ਸਾਰਾ ਉੱਥੇ ਇਕੋਨੋਮੀ ਗਰੋ ਹੋਈ। ਔਰ ਇਸ ਵੇਲੇ ਚਾਈਨਾ ਜਿਹੜਾ ਹੈ ਉਹ ਵਰਲਡ ਦੀ ਇੱਕ ਮਤਲਬ ਦੂਸਰੀ ਤੀਸਰੀ ਪਾਵਰ ਹੈ, ਇਸ ਵੇਲੇ ਇਮਰਜ ਕਰ ਰਿਹਾ, ਔਰ ਇਕਨੋਮਿਕਲੀ ਉਹਨਾਂ ਦੀ ਜਿਹੜੀ ਹੈ ਪਰਫਾਰਮੈਂਸ ਉਹ ਯੂਨਾਈਟਿਡ ਸਟੇਟਸ ਤੋਂ ਅੱਗੇ ਚਲੀ ਗਈ ਹੈ। ਉਹ ਇਹ ਹੈ ਕਿ ਸਰਕਾਰ ਉਸ ਪਾਸੇ ਧਿਆਨ ਦਿੰਦੀ। ਸਾਡੀ ਸਰਕਾਰ ਨੂੰ ਹਿੰਦੂ ਸਿੱਖ ਤੋਂ ਇਲਾਵਾ ਕੰਮ ਹੀ ਕੋਈ ਨਹੀਂ, ਹੋਰ ਕੋਈ ਜਾਤ ਬਰਾਦਰੀ 'ਤੇ ਇਲੈਕਸ਼ਨ ਕਰਵਾ ਲਓ। ਸਾਡੇ ਜਿਹੜੇ ਪੋਲੀਟੀਕਲ ਇਲੀਟਸ ਹੈ, ਜਿਹੜੇ ਨੇਤਾ ਹੈ, ਉਹ ਇਸ ਵੇਲੇ ਬਹੁਤ ਨਿਕੰਮੇ ਹੈ। ਇੱਕ ਬਹੁਤ ਅੱਛਾ ਦੇਸ਼ ਸੀਗਾ, ਬੜੀ ਅੱਛੀ ਸ਼ੁਰੂਆਤ ਜਿਹੜੀ ਹੈ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਦੇ ਵਿੱਚ ਹੋਈ, ਲੇਕਿਨ ਹੁਣ ਇਹ ਐਸੇ ਗੰਦੇ ਹੱਥਾਂ 'ਚ ਪੈ ਚੁੱਕਾ ਹੈਗਾ ਸਾਡਾ ਦੇਸ਼ ਕਿ ਮੈਂ ਇਸ ਉਮਰ ਦੇ ਵਿੱਚ ਇਹ ਕਹਿਣ ਤੋਂ ਮਜਬੂਰ ਹਾਂ ਕਿ ਮੈਨੂੰ ਹੁਣ ਉਮਰ ਦੇ ਇਸ ਦਹਾਕੇ ਦੇ ਵਿੱਚ ਮੈਨੂੰ ਨਹੀਂ ਨਜ਼ਰ ਆਉਂਦਾ ਕਿ ਕੱਲ੍ਹ ਨੂੰ ਅਸੀਂ ਕਿੱਧਰ ਨੂੰ ਜਾਵਾਂਗੇ। ਸੋ ਇਸ ਕਰਕੇ ਮੈਂ ਨਹੀਂ ਕਹਿੰਦਾ ਬੱਚਿਆਂ ਦਾ ਕਸੂਰ ਨਹੀਂ ਹੈ, ਇਹ ਜਿਹੜੇ ਸਾਡੇ ਵੱਡੇ ਨੇ, ਜਿਹੜੇ ਸਾਡੇ ਨੇਤਾ ਨੇ, ਜਿਨ੍ਹਾਂ ਨੇ ਭਵਿੱਖ ਦਾ ਸੁਪਨਾ ਦਿਖਾਉਣਾ ਹੁੰਦਾ, ਭਵਿੱਖ ਦਾ ਰਾਹ ਦਿਖਾਉਣਾ ਹੁੰਦਾ, ਜਿਨ੍ਹਾਂ ਨੇ ਯਕੀਨ ਬਣਾਉਣਾ ਹੁੰਦਾ ਕਿ ਹਾਂ ਅਸੀਂ ਇੱਥੇ ਰਹਿ ਕੇ ਹੀ ਕਰ ਸਕਦੇ ਹਾਂ, ਇਹ ਕਸੂਰ ਉਹਨਾਂ ਦਾ। ਉਹਦੇ 'ਚ ਉਹ ਲੋਕ ਸਾਰੇ ਸ਼ਾਮਿਲ ਹੈ ਜਿਹੜੇ ਸਾਡੇ ਨੀਤੀ ਕਾੜੇ ਨੇ, ਉਹਨਾਂ ਦਾ ਕਸੂਰ ਹੈ ਇਹਦੇ ਵਿੱਚ। ਲਾਸਟ ਤੁਸੀਂ ਕੀ ਕਹਿਣਾ ਚਾਹੋਗੇ, ਜਿਸ ਤਰ੍ਹਾਂ ਰਿਪੋਰਟ ਸਾਹਮਣੇ ਆਈ ਹੈ, ਕਾਫੀ ਚਿੰਤਾਜਨਕ ਹੈਗੀ ਇਹ ਸਿਚੁਏਸ਼ਨ? ਇਹਦੇ 'ਚ ਕੀ ਕਿਹਾ ਜਾ ਸਕਦਾ ਹੈ, ਚਿੰਤਾਜਨਕ ਹੈ ਹੀ ਹੈ, ਔਰ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਰੇਂਗਦੀ। ਅਜੇ ਕੱਲ੍ਹ 1 ਫਰਵਰੀ ਨੂੰ ਮੈਂ ਤੁਹਾਨੂੰ ਦੱਸਿਆ ਕਿ ਬਜਟ ਪੇਸ਼ ਹੋਇਆ, ਯੂਨੀਅਨ ਬਜਟ, ਉਹਦੇ 'ਚ ਸਿੱਖਿਆ ਦੇ ਬਜਟ ਦਾ ਕੋਈ ਚਰਚਾ ਤੱਕ ਨਹੀਂ ਹੋਈ। ਜੋ ਸੀ ਉਸ ਤਰ੍ਹਾਂ ਦਾ ਕੀਤਾ ਹੋਣਾ, ਫਿਗਰਸ ਮਤਲਬ ਮੈਨੂੰ ਅੱਜ ਦੀ ਡੇਟ ਦੇ ਵਿੱਚ ਫਿਗਰਸ ਨਹੀਂ ਪਤਾ ਕਿ ਕਿੰਨੀ ਐਲੋਕੇਸ਼ਨ ਹੋਈ, GDP ਦਾ ਕਿੰਨੇ % ਉਹਨੂੰ ਐਲੋਕੇਟ ਕੀਤਾ ਗਿਆ। ਤੁਹਾਨੂੰ ਯਾਦ ਹੋਏਗਾ ਤੁਹਾਡੇ ਸਰੋਤਿਆਂ ਨੂੰ ਕਿ ਡਾਕਟਰ ਮਨਮੋਹਨ ਸਿੰਘ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਉਹਨਾਂ ਨੇ ਸਿੱਖਿਆ ਦੇ ਬਜਟ ਦੇ ਵਿੱਚ ਮਹਿਜ਼ ਉਹਨੂੰ 2% ਇੱਕ ਵਾਰੀ ਕੀਤਾ ਸੀ, ਅਤੇ ਸਾਰੇ ਦੇਸ਼ 'ਚ ਸਵਾਗਤ ਹੋਇਆ, ਚਰਚਾ ਹੋਈ ਕਿ ਪਹਿਲੀ ਵਾਰੀ ਕਿਸੇ ਸਰਕਾਰ ਨੇ ਸਿੱਖਿਆ ਨੂੰ ਜਿਹੜੀ ਹੈ ਉਹ ਇੰਨੀ ਜ਼ਬਰਦਸਤ ਜਿਹੜੀ ਹੈ ਦਿੱਤੀ, ਪ੍ਰੈਫਰੈਂਸ ਦਿੱਤੀ। ਲੇਕਿਨ ਉਸ ਤੋਂ ਬਾਅਦ ਉਹ ਕੰਮ ਠੱਪ ਹੋ ਗਿਆ। ਬਲਕਿ ਇਸ ਸਰਕਾਰ ਨੇ ਜਿਹੜੀ ਸਾਡੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਹੈ, UGC, ਉਸ ਦਾ ਬਜਟ ਤਕਰੀਬਨ 50% 'ਤੇ ਲੈ ਆਂਦਾ। ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਇੰਟਰਫੀਅਰ ਕਰਕੇ ਉਹਨਾਂ ਦੀ ਵਰਕਿੰਗ ਨੂੰ ਖਰਾਬ ਕੀਤਾ, ਫੰਡਸ ਜਿਹੜੇ ਹੈ ਉਹਨਾਂ ਦੇ ਵਿਡਰਾਅ ਕੀਤੇ ਜਾ ਰਹੇ ਹੈ। ਔਰ ਯੂਨੀਵਰਸਿਟੀ ਤੁਸੀਂ ਦੇਖਦੇ ਹੋ, ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਕ੍ਰਾਈਸਿਸ ਹੈ, ਜਿੰਨੇ ਸਰਕਾਰ ਦੇ ਏਡਡ ਕਾਲਜਸ ਹੈ ਉਹ ਸਰਕਾਰ ਉਹਨਾਂ ਦੀ ਜਿਹੜੀ 95% ਗ੍ਰਾਂਟ ਇਨ ਏਡ ਹੈ ਉਹ ਨਹੀਂ ਮਿਲ ਰਹੀ। ਸੋ ਬੇਸਿਕਲੀ ਸਰਕਾਰ ਦੀ ਪ੍ਰਾਇੋਰਿਟੀ ਨਹੀਂ ਹੈ ਐਜੂਕੇਸ਼ਨ। ਸਕੂਲ ਐਜੂਕੇਸ਼ਨ ਦਾ ਢੰਡੋਰਾ ਪਿੱਟਿਆ ਜਾਂਦਾ। ਸਕੂਲ ਐਜੂਕੇਸ਼ਨ ਦੇ ਵਿੱਚ ਜਿਹੜਾ ਹੈ ਸਿਰਫ ਸਕੂਲਾਂ ਨੂੰ ਰੰਗ ਕਰਕੇ, ਉਹਨਾਂ ਦੇ ਬੈਂਚ ਠੀਕ ਕਰਕੇ, ਜਾਂ ਜਿਹੜੇ NRIs ਤੋਂ ਪੈਸੇ ਦਾਨ ਕਰਵਾ ਕੇ ਉਹਦੇ ਨਾਲ ਸਿੱਖਿਆ ਦਾ ਸਤਰ ਨਹੀਂ ਬਦਲ ਜਾਊਗਾ। ਸਿੱਖਿਆ ਦੇ ਸਿੰਗਾਪੁਰ ਜਾ ਰਿਹਾ ਪ੍ਰਿੰਸੀਪਲਸ, ਇਹ ਫੈਸਲਾ ਜਿਹੜਾ ਸਰਕਾਰ ਵੱਲੋਂ ਲਿੱਤਾ ਗਿਆ, ਚਲੇ ਗਏ ਨੇ, ਉਹਦੇ ਬਾਰੇ ਫਿਰ ਕੀ ਸੋਚਦੇ ਹੋ ਤੁਸੀਂ? ਨਹੀਂ, ਠੀਕ ਹੈ, ਦੇਖੋ ਟੀਚਰਸ ਨੂੰ ਐਕਸਪੋਜ਼ਰ ਮਿਲਣਾ ਚਾਹੀਦਾ, ਜੇ ਕਿਤੇ ਉਹਨਾਂ ਨੂੰ ਅੱਛਾ ਮਾਡਲ ਔਰ ਅੱਛੀ ਟੀਚਿੰਗ ਦਾ ਸਿਸਟਮ ਹੈ ਉਹ ਜ਼ਰੂਰ ਕਰਨਾ ਚਾਹੀਦਾ, ਲੇਕਿਨ ਉਹ ਇੱਕ ਪਹਿਲੂ ਹੈ ਉਸ ਚੀਜ਼ ਦਾ। ਉਸ ਸਟੈਪ ਦੀ ਮੈਂ ਬਜ਼ਾਤੇ ਅਧਿਆਪਕ ਮੈਂ ਉਸ ਦੀ ਸਰਾਹਨਾ ਕਰੂੰਗਾ, ਲੇਕਿਨ ਉਹ ਸਭ ਕੁਝ ਨਹੀਂ ਹੈ। ਤੁਸੀਂ ਜਦੋਂ ਤੱਕ ਇੱਥੇ ਮਾਹੌਲ ਨਹੀਂ ਸੁਧਾਰੋਗੇ, ਜਦੋਂ ਤੱਕ ਬੱਚਿਆਂ ਨੂੰ ਇਸ ਚੀਜ਼ ਦਾ ਗਰੰਟੀ ਨਹੀਂ ਕਰਾਂਗੇ ਕਿ ਉਹ ਇੱਥੇ ਜੋ ਕੁਛ ਉਹਨਾਂ ਨੂੰ ਪੜ੍ਹਾਇਆ ਜਾਊਗਾ ਉਹਦੇ ਨਾਲ ਉਹਨਾਂ ਦਾ ਕੋਈ ਫਿਊਚਰ ਹੈ, ਔਰ ਜਦੋਂ ਤੱਕ ਬੱਚਿਆਂ ਨੂੰ ਨਹੀਂ ਲੱਗੂਗਾ ਕਿ ਹਾਂ ਇਹ ਦੇਸ਼ ਰਹਿਣ ਦੇ ਕਾਬਿਲ ਹੈਗਾ, ਜਦੋਂ ਪੈਰ ਦੇ ਉੱਤੇ ਤੁਹਾਨੂੰ ਜਿਹੜੀ ਹੈ ਤਕਲੀਫ ਆਉਣੀ ਹੈ, ਜਦੋਂ ਤੁਹਾਨੂੰ ਬੱਸ ਪਾਸ ਬਣਾਉਣ ਲਈ 36 ਗੇੜੇ ਮਾਰਨੇ ਪੈਣੇ, ਕਿਸੇ ਨੇ ਪੈਸੇ ਲੈਣੇ, ਤੁਹਾਡਾ ਡਰਾਈਵਿੰਗ ਲਾਇਸੈਂਸ ਨਹੀਂ ਬਣਦਾ, ਤੁਹਾਨੂੰ ਸਿਹਤ ਸਹੂਲਤਾਂ ਨਹੀਂ ਹੈਗੀਆਂ, ਤੁਹਾਨੂੰ ਕੋਈ ਚੀਜ਼ ਚਾਹੇ ਤੁਹਾਨੂੰ ਦਫ਼ਤਰਾਂ ਦੇ ਗੇੜੇ ਮਾਰਨੇ ਪੈਣਗੇ, ਪੁਲਿਸ ਦਾ ਪ੍ਰੋਬਲਮ ਹੈ, ਹਜ਼ਾਰ ਕਿਸਮ ਦੀ ਪ੍ਰੋਬਲਮ ਹੈ, ਤਾਂ ਉਹ ਬੱਚਾ ਸੋਚਦਾ ਕਿ ਮੈਂ ਇੱਥੇ ਕਿਉਂ ਰਹਾਂ, ਜਦੋਂ ਦੂਸਰੇ ਕਿਸੇ ਦੇਸ਼ ਦੇ ਵਿੱਚ ਜਾ ਕੇ ਮੇਰਾ ਭਵਿੱਖ ਸੁਰੱਖਿਅਤ ਹੋ ਸਕਦਾ ਤਾਂ ਮੈਂ ਇੱਥੇ ਕਿਉਂ ਰਹਾਂ। ਸੋ ਕਿਉਂਕਿ ਉਹਨਾਂ ਨੂੰ ਭਵਿੱਖ ਦਿਖਾਈ ਨਹੀਂ ਦੇ ਰਿਹਾ। ਭਵਿੱਖ ਦਿਖਾਉਣਾ ਹੁੰਦਾ ਦੇਸ਼ ਦੀ ਲੀਡਰਸ਼ਿਪ ਨੇ, ਉਹ ਫੇਲਿਅਰ ਹੈ ਲੀਡਰਸ਼ਿਪ ਦੀ, ਪੋਲੀਟੀਕਲ ਇਲੀਟਸ ਦੀ। ਸੋ ਜਦ ਤੱਕ ਉਹ ਨਹੀਂ ਠੀਕ ਹੁੰਦੇ, ਜਦ ਤੱਕ ਉਹ ਦੇਸ਼ ਨੂੰ ਵਾਪਸ ਏਜੰਡੇ 'ਤੇ ਨਹੀਂ ਲੈ ਕੇ ਆਉਂਦੇ, ਪ੍ਰੋ ਪੀਪਲ ਏਜੰਡਾ ਨਹੀਂ ਬਣਦਾ, ਉਦੋਂ ਤੱਕ ਇਸ ਦਾ ਕੁਝ ਨਹੀਂ ਹੋ ਸਕਦਾ। ਮੈਂ ਤਾਂ ਇਸ ਤਰ੍ਹਾਂ ਸੋਚਦਾ।
ਤਾਂ ਜਿਸ ਤਰ੍ਹਾਂ ਅਸੀਂ ਗੱਲਬਾਤ ਕੀਤੀ ਹੈ, ਕਿਸ ਤਰ੍ਹਾਂ ਰਿਪੋਰਟ ਸਾਹਮਣੇ ਆਈ ਕਿ ਸੱਚੀ ਜਿਹੜੇ ਕਾਲਜ ਉਹ ਖਾਲੀ ਹੁੰਦੇ ਜਾਣੇ, ਜਿਸ ਤਰ੍ਹਾਂ ਸਰ ਨੇ ਵੀ ਦੱਸਿਆ ਬਹੁਤ ਟਾਈਮ ਤੋਂ ਇਸ ਲਾਈਨ ਦੇ ਵਿੱਚ ਨੇ, ਟੀਚਿੰਗ ਲਾਈਨ, ਪਰ ਇਹਨਾਂ ਨੇ ਵੀ ਖੁਦ ਦੇਖਿਆ ਕਿਸ ਤਰ੍ਹਾਂ ਜਿਹੜੇ ਬੱਚੇ ਨੇ ਉਹਨਾਂ ਦੀ ਗਿਣਤੀ ਕਾਲਜ ਦੇ ਵਿੱਚ ਘਟੀ ਜਾ ਰਹੀ ਹੈ, ਕਿਉਂਕਿ ਲੋਕ ਨੇ ਜਿਹੜੇ ਬੱਚੇ ਨੇ ਉਹ ਬਾਹਰ ਜਾ ਰਹੇ ਨੇ। ਉਸ ਦਾ ਵੀ ਇੱਕ ਕਾਰਨ ਹੈ ਕਿ ਸਿਰਫ ਬੱਚਿਆਂ ਦੀ ਹੀ ਗਲਤੀ ਨਹੀਂ, ਬੱਚੇ ਵੀ ਚਾਹੁੰਦੇ ਆ ਕਿ ਉਹਨਾਂ ਦਾ ਭਵਿੱਖ ਵਧੀਆ ਬਣੇ, ਬੱਚੇ ਹੀ ਚਾਹੁੰਦੇ ਆ। ਗੱਲ ਕੀਤੀ ਜਾਵੇ ਇਹ ਗੱਲ ਸੌਖੀ ਵੀ ਨਹੀਂ, ਕਿਉਂਕਿ ਕਰਜ਼ਾ ਲੈ ਕੇ ਕਿਸ ਤਰ੍ਹਾਂ ਉਹ ਬਾਹਰ ਮਿਹਨਤ ਕਰਦੇ ਨੇ ਤਾਂ ਜੋ ਉਹਨਾਂ ਦਾ ਭਵਿੱਖ ਵਧੇ। ਤਾਂ ਉੱਥੇ ਹੀ ਇਸ ਚੀਜ਼ ਤੇ ਜਲਦ ਤੋਂ ਜਲਦ ਕੋਈ ਐਕਸ਼ਨ ਲੈਣਾ ਚਾਹੀਦਾ ਤਾਂ ਜੋ ਪੰਜਾਬ ਆ ਬਚਿਆ ਰਵੇ, ਪੰਜਾਬ ਦੇ ਨੌਜਵਾਨ ਆ ਉਹ ਪੰਜਾਬ ਦੇ ਵਿੱਚ ਵਸੇ ਰਹਿਣ। ਹੋਰ ਵਿਦ ਅਪਡੇਟ ਸੀ ਤੁਸੀਂ ਦੇਖਦੇ ਹੋ ਲੁਧਿਆਣਾ ਟਾਈਮਸ। ਕੈਮਰਾਮੈਨ ਦੀਪਕ ਹੀਵਾ ਨਾਲ ਮੈਂ ਹਰਸ਼ ਕੌਰ।